ਤੁਸੀਂ ਸੁਣ ਰਹੇ ਹੋ ਹਰੀਸ਼ੰਕਰ ਪਰਸਾਈ ਦਾ ਲਿਖਿਆ ਹੋਇਆ ਲਘੂ ਨੋਵਲ ਕਿਨਾਰੇ ਦੀ ਭਾਲ। 24 ਘੰਟਿਆਂ ਬਾਅਦ ਰਾਤ ਦੇ ਕਰੀਬ 9:30 ਵਜੇ ਸਨ। ਮੈਂ ਬਿਮਲਾ ਨਾਲ ਸਿਨੇਮਾ ਦੇਖ ਕੇ ਮੁੜ ਰਹੀ ਸੀ। ਉਸ ਦਾ ਨੌਕਰ ਮੈਨੂੰ ਛੱਡਣ ਆਇਆ। ਮੈਂ ਗਲੀ ਦੇ ਮੋੜ ਤੋਂ ਉਸ ਨੂੰ ਵਾਪਸ ਘੱਲ ਦਿੱਤਾ। ਉਥੋਂ ਥੋੜੀ ਦੂਰ ਹੀ ਤਾਂ ਮੇਰਾ ਘਰ ਹੈ। ਸੋਚੇ ਆਪਣੇ ਮੁਹੱਲੇ ਆ ਗਏ, ਹੁਣ ਕਾਹਦਾ ਡਰ। ਮੈਂ ਗਲੀ ਵਿੱਚ ਕਦਮ ਵਧਾਏ। ਸਿਆਲਾਂ ਦੀ ਰਾਤ ਸੀ, ਚਾਰੇ ਪਾਸੇ ਸੁੰਨਸਰਾਂ ਸੀ। ਲੋਕ ਹੁਣੇ ਤੋਂ ਹੀ ਬਿਸਤਰਿਆਂ ਵਿੱਚ ਵੜ ਗਏ ਸਨ। ਹੁਣ ਸੁੰਨੇ ਵਿੱਚ ਤੁਰਨ ਨਾਲ ਮੈਨੂੰ ਡਰ ਦਾ ਅਹਿਸਾਸ ਹੋਇਆ ਤੇ ਮੈਂ ਪਛਤਾਈ ਕਿ ਨੌਕਰ ਨੂੰ ਵਾਪਸ ਘੱਲ ਕੇ ਮੈਂ ਚੰਗਾ ਨਹੀਂ ਕੀਤਾ। ਹਨੇਰੇ ਤੇ ਬੇਯਕੀਨੀ ਦਾ ਸਾਥ ਹੈ। ਹਰ ਕਦਮ ਤੇ ਇੱਕ ਅਣਜਾਣ ਭੈ ਨਾਲ ਮੈਂ ਕੰਬ ਜਾਂਦੀ। 15-20 ਕਦਮ ਹੀ ਚੱਲੀ ਸੀ ਕਿ ਨੇੜੇ ਹੀ ਖੜਾਕ ਹੋਇਆ। ਮੈਂ ਚੁਕੰਨੀ ਹੋ ਚਾਰੇ ਪਾਸੇ ਦੇਖਿਆ। ਫਿਰ ਇਹ ਸੋਚ ਕੇ ਕਾਹਲੀ ਨਾਲ ਤੁਰ ਪਈ ਕਿ ਮਨ ਦੇ ਡਰ ਨਾਲ ਮੈਨੂੰ ਅਜਿਹਾ ਵਹਿਮ ਹੋਇਆ ਹੈ। ਮੈਂ ਫੁਰਤੀ ਨਾਲ ਬਿਨਾਂ ਆਲੇ ਦੁਆਲੇ ਵੇਖੇ ਤੁਰ ਰਹੀ ਸੀ। ਕੁਝ ਕਦਮ ਚੱਲਣ ਤੋਂ ਬਾਅਦ ਮੈਨੂੰ ਇੰਜ ਲੱਗਾ ਕਿ ਕੋਈ ਪਿੱਛੋਂ ਝਪਟ ਮਾਰ ਰਿਹਾ। ਮੈਂ ਡਰ ਨਾਲ ਬੇਹੋਸ਼ ਜਿਹੀ ਹੋ ਗਈ। ਇੱਕੋ ਪਲ ਮੈਨੂੰ ਇਉਂ ਲੱਗਾ ਕਿ ਮੇਰਾ ਸਰੀਰ ਜੰਮ ਗਿਆ। ਉਸੇ ਪਲ ਮੈਨੂੰ ਮਹਿੰਦਰ ਨਾਥ ਦਾ ਬੂਹਾ ਖੁੱਲ੍ਹਾ ਦਿਖਿਆ, ਜਿਸ ਵਿੱਚੋਂ ਚਾਨਣ ਦੀ ਕਿਰਨ ਬਾਹਰ ਆ ਰਹੀ ਸੀ। ਮੇਰੇ ਵਿੱਚ ਇੱਕਦਮ ਹਿੰਮਤ ਆ ਗਈ ਅਤੇ ਮੈਂ ਬੜੇ ਯਕੀਨ ਨਾਲ ਭੱਜ ਕੇ ਬੂਹੇ ਅੰਦਰ ਵੜ ਗਈ ਤੇ ਅੰਦਰੋਂ ਬੂਹਾ ਬੰਦ ਕਰ ਲਿਆ, ਜਿਸ ਵਿੱਚੋਂ ਚਾਨਣ ਦੀ ਕਿਰਨ ਬਾਹਰ ਆ ਰਹੀ ਸੀ। ਪਿੱਛਾ ਕਰਨ ਵਾਲੇ ਗੁੰਡੇ ਸਨ। ਮੈਂ ਦੇਖਿਆ ਕਿ ਉਹ ਦਰਵਾਜ਼ੇ ਦੇ ਸਾਹਮਣੇ ਸੜਕ ਤੱਕ ਆ ਗਏ ਸਨ। ਥੋੜਾ ਚਿਰ ਖੜੇ ਰਹੇ ਤੇ ਮੁੜ ਉੱਥੋਂ ਚਲੇ ਗਏ। ਕਮਰੇ ਵਿੱਚ ਬੱਤੀ ਜਲ ਰਹੀ ਸੀ। ਉਸ ਕੋਲ ਮਹਿੰਦਰ ਨਾਥ ਕੁਰਸੀ ਤੇ ਪੜਦਿਆਂ ਸੌਂ ਗਏ ਸਨ। ਗੁੰਡਿਆਂ ਦਾ ਸੰਕਟ ਟਲ ਜਾਣ ਤੇ ਮੈਨੂੰ ਹੁਣ ਆਪਣੀ ਇਸ ਸੁਰੱਖਿਆ ਦੀ ਹਾਲਤ ਤੋਂ ਡਰ ਲੱਗਣ ਲੱਗਾ। ਵੱਡੇ ਦਰਦ ਦੇ ਰਹਿੰਦਿਆਂ ਛੋਟਾ ਦਰਦ ਪ੍ਰਭਾਵਹੀਨ ਹੋ ਜਾਂਦਾ ਹੈ, ਪਰ ਜਦ ਵੱਡਾ ਦਰਦ ਹਟ ਜਾਂਦਾ ਹੈ ਤਾਂ ਛੋਟੀ ਜਿਹੀ ਰਗੜ ਵੀ ਪੀੜ ਦਿੰਦੀ ਹੈ। ਰਾਤ ਦੇ ਸਮੇਂ ਅਚਾਨਕ ਵੜ ਆਈ ਹਾਂ। ਮਹਿੰਦਰ ਨਾਥ ਸੌਂ ਰਹੇ ਹਨ, ਦਰਵਾਜ਼ੇ ਖੁੱਲੇ ਹਨ। ਹੁਣ ਮੈਂ ਕੀ ਕਰਾਂ? ਪਹਿਲਾਂ ਸੋਚਿਆ ਜਿਵੇਂ ਆਈ ਸੀ ਉਵੇਂ ਹੀ ਚੁੱਪਚਾਪ ਚਲੀ ਜਾਵਾਂ, ਪਰ ਉਹ ਸੌਂ ਰਹੇ ਹਨ ਤੇ ਦਰਵਾਜ਼ਾ ਖੁੱਲਾ ਹੈ। ਕੋਈ ਚੋਰ ਆ ਗਿਆ ਫੇਰ? ਮੈਂ ਇਸੇ ਉਲਝਣ ਵਿੱਚ ਸੀ ਕਿ ਸਾਹਮਣੇ ਘਰੋਂ ਕਿਸੇ ਬੰਦੇ ਨੇ ਆਵਾਜ਼ ਮਾਰੀ, ਓਏ ਜਗਦੀਸ਼, ਸੌਂ ਗਿਆ? ਦੇਖੋ ਮਹੱਲੇ ਵਿੱਚ ਕੀ ਭਾਣੇ ਵਾਪਰਨ ਲੱਗੇ। ਮਥੁਰਾ ਬਾਬੂ ਦੀ ਕੁੜੀ ਮਹਿੰਦਰ ਨਾਥ ਦੇ ਘਰੇ ਵੜੀ ਹੋਈ ਹੈ। ਮੇਰਾ ਖੂਨ ਸੁੱਕ ਗਿਆ। ਉਸ ਘਰ ਅੰਦਰ ਜਾਂਦਿਆਂ ਹੀ ਮੇਰੇ ਅੰਦਰ ਕੁਝ ਇਸ ਤਰ੍ਹਾਂ ਦੀ ਬੇਯਕੀਨੀ ਜਾਗੀ ਸੀ। ਹੁਣ ਤਾਂ ਮੈਂ ਬਿਲਕੁਲ ਹੀ ਘਬਰਾ ਗਈ। ਲੋਕ ਬਾਹਰ ਇਕੱਠੇ ਹੋਣ ਲੱਗੇ। ਜੇ ਮੈਂ ਬਾਹਰ ਨਿਕਲਦੀ ਉਹ ਪਸ਼ੂਆਂ ਵਾਂਗ ਮੈਨੂੰ ਪੈਂਦੇ ਤੇ ਮੇਰੀ ਦੁਰਗਤੀ ਕਰ ਦਿੰਦੇ। ਇਸ ਸਮੇਂ ਮੈਨੂੰ ਲੱਗਾ ਕਿ ਮੇਰਾ ਬਚਾਅ ਅੰਦਰ ਚਲੇ ਜਾਣ ਵਿੱਚ ਹੀ ਹੈ। ਮਹਿੰਦਰ ਨਾਥ ਦੀ ਮੌਜੂਦਗੀ ਮੈਨੂੰ ਅਣਜਾਣੇ ਹੀ ਤਾਕਤ ਦੇ ਰਹੀ ਸੀ। ਮਨ ਵਿੱਚ ਅਣਜਾਣੇ ਹੀ ਯਕੀਨ ਜਿਹਾ ਹੋ ਗਿਆ ਕਿ ਫਿਕਰ ਦੀ ਗੱਲ ਨਹੀਂ, ਮਹਿੰਦਰ ਨਾਥ ਤਾਂ ਹੈ। ਮੈਂ ਇੱਕਦਮ ਅੰਦਰ ਕਮਰੇ ਵਿੱਚ ਚਲੀ ਗਈ। ਮੇਰੀ ਆਹ ਅਤੇ ਬਾਹਰ ਦੇ ਰੌਲੇ ਨਾਲ ਉਹਨਾਂ ਦੀ ਅੱਖ ਖੁੱਲ ਗਈ। ਉਹ ਹੜਬੜਾ ਕੇ ਉੱਠ ਬੈਠੇ ਤੇ ਬੋਲੇ, ਕਿਵੇਂ? ਤੂੰ ਕਿਵੇਂ ਆਈ? ਤੇ ਇਹ ਹੱਲਾ ਕਾਹਦਾ? ਮੈਂ ਸਾਰਾ ਹਾਲ ਸੁਣਾਇਆ। ਉਹਨਾਂ ਦੇ ਚਿਹਰੇ ਤੇ ਪਰੇਸ਼ਾਨੀ ਦੀਆਂ ਲੀਕਾਂ ਵੱਧਦੀਆਂ ਗਈਆਂ। ਅੰਤ ਵਿੱਚ ਮੈਂ ਕਿਹਾ, ਗੁੰਡਿਆਂ ਤੋਂ ਤਾਂ ਮੈਂ ਬਚ ਗਈ, ਪਰ ਇਹ ਸ਼ਰੀਫ ਮੈਨੂੰ ਖਾ ਜਾਣਗੇ। ਉਹ ਇੱਕ ਪਲ ਲਈ ਸ਼ਾਂਤ ਰਹੇ, ਫਿਰ ਬੋਲੇ, ਫਿਰ ਕੀ ਕੀਤਾ ਜਾਵੇ? ਮੈਂ ਕਿਹਾ, ਤੁਸੀਂ ਬਾਹਰ ਜਾ ਕੇ ਕਹਿ ਦੇਵੋ ਕਿ ਮੈਂ ਗੁੰਡਿਆਂ ਦੇ ਡਰੋਂ ਇੱਥੇ ਆ ਗਈ ਸੀ। ਉਹ ਬੋਲੇ, ਇੱਕਦਮ ਨਿਕਲ ਕੇ ਤੂੰ ਘਰੇ ਕਿਉਂ ਨਹੀਂ ਚਲੀ ਜਾਂਦੀ? ਮੈਂ ਕਿਹਾ, ਹੁਣ ਭੱਜਾਂਗੀ ਤਾਂ ਮੇਰਾ ਬਿਨ ਕੀਤਾ ਪਾਪ ਸਿੱਧ ਹੋ ਜਾਵੇਗਾ। ਇਸ ਸਮੇਂ ਸਿਰਫ ਤੁਸੀਂ ਹੀ ਮੈਨੂੰ ਬਚਾ ਸਕਦੇ ਹੋ। ਪਰ ਉਹ ਮੇਰੀ ਗੱਲ ਕਿਉਂ ਮੰਨਣਗੇ? ਮਹਿੰਦਰ ਨਾਥ ਖਿਝ ਗਏ। ਮੈਂ ਕਿਹਾ, ਜ਼ਰੂਰ ਮੰਨਣਗੇ। ਤੁਹਾਡਾ ਸਾਰੇ ਲੋਕ ਬੜਾ ਸਤਿਕਾਰ ਤੇ ਯਕੀਨ ਕਰਦੇ ਹਨ। ਫਿਰ ਤੁਹਾਡੇ ਕੋਲ ਸੱਚਾਈ ਦੀ ਤਾਕਤ ਹੈ। ਤੁਸੀਂ ਨਿਡਰ ਹੋ ਕੇ ਕਹਿ ਦੇਵੋ, ਸਭ ਨੂੰ ਭਰੋਸਾ ਹੋ ਜਾਵੇਗਾ। ਮੈਂ ਦੇਖਿਆ ਮਹਿੰਦਰ ਨਾਥ ਦੀਆਂ ਲੱਤਾਂ ਮੇਰੇ ਤੋਂ ਵੀ ਜ਼ਿਆਦਾ ਕੰਬ ਰਹੀਆਂ ਸਨ। ਇਹ ਸਹੀ ਹੈ ਕਿ ਭੀੜ ਦਾ ਕੋਈ ਭਰੋਸਾ ਨਹੀਂ। ਉਹ ਮਹਿੰਦਰ ਨਾਥ ਨੂੰ ਜਨਾਨੀ ਬਾਜ਼ਮੀ ਘੋਸ਼ਿਤ ਕਰ ਸਕਦੇ ਸਨ ਅਤੇ ਉਹਨਾਂ ਨੂੰ ਇੱਕ ਔਰਤ ਦੀ ਰੱਖਿਆ ਲਈ ਇਨਾਮ ਵੀ ਦੇ ਸਕਦੇ ਸਨ। ਭੀੜ ਦਾ ਦਿਲ ਹੁੰਦਾ ਹੈ, ਦਿਮਾਗ ਨਹੀਂ। ਫਿਰ ਵੀ ਸਥਿਤੀ ਦਾ ਸਾਹਮਣਾ ਕਰਨ ਦਾ ਇਹੀ ਤਰੀਕਾ ਸੀ ਕਿ ਜੋ ਸੱਚ ਹੈ ਉਸ ਨੂੰ ਸਿੱਧਾ ਕਹਿ ਦਿੱਤਾ ਜਾਵੇ ਅਤੇ ਮਹਿੰਦਰ ਨਾਥ ਦੀ ਗੱਲ ਨੂੰ ਸੱਚੀ ਮੰਨਿਆ ਹੀ ਜਾਣਾ ਸੀ। ਇਹ ਮੈਨੂੰ ਯਕੀਨ ਸੀ। ਪਰ ਮਹਿੰਦਰ ਨਾਥ ਬੜੀ ਪਰੇਸ਼ਾਨੀ ਨਾਲ ਬੋਲੇ, ਤੂੰ ਬੜਾ ਮਾੜਾ ਕੀਤਾ, ਬੜੀ ਬਦਨਾਮੀ ਹੋਵੇਗੀ। ਮੱਥੇ ਤੇ ਤਰੇਲੀਆਂ ਆ ਗਈਆਂ। ਉਹ ਮਕਾਨ ਬਦਨਾਮੀ ਦੇ ਡਰੋਂ ਇੱਕੋ ਧੱਕੇ ਨਾਲ ਕੰਬਣ ਲੱਗਾ। ਉਹ ਬੋਲੇ, ਇੱਕ ਤਰਕੀਬ ਹੈ, ਮੈਂ ਪਿਛਲੇ ਬੂਹੇ ਵੱਲੋਂ ਨਿਕਲ ਜਾਵਾਂ। ਜਦ ਉਹਨਾਂ ਨੂੰ ਮੈਂ ਦਿਖਣਾ ਹੀ ਨਹੀਂ ਤਾਂ ਬਦਨਾਮੀ ਵੀ ਨਹੀਂ ਹੋਵੇਗੀ। ਦੋਵਾਂ ਨੂੰ ਇਕੱਠਿਆਂ ਦੇਖ ਲਿਆ ਤਾਂ ਉਹਨਾਂ ਦਾ ਸ਼ੱਕ ਯਕੀਨ ਬਣ ਜਾਵੇਗਾ।
ਮੈਂ ਵੀ ਖਿੱਚ ਗਈ ਸੀ। ਬੋਲੀ, ਇਸ ਵਿੱਚ ਤੁਸੀਂ ਹੀ ਕਲੰਕ ਤੋਂ ਬਚੋਗੇ, ਮੈਂ ਨਹੀਂ ਬਚ ਸਕਦੀ। ਲੋਕ ਇੰਨੇ ਵੀ ਸਿੱਧਰੇ ਨਹੀਂ ਕਿ ਇਹ ਨਾ ਸਮਝ ਸਕਣ ਕਿ ਪਿੱਛੇ ਵੀ ਕੋਈ ਰਾਹ ਹੈ ਜਿੱਥੋਂ ਖਿਸਕਿਆ ਜਾ ਸਕਦਾ ਹੈ। ਪਰ ਮਹਿੰਦਰ ਨਾਥ ਨੇ ਮੇਰੀ ਇੱਕ ਨਾ ਸੁਣੀ। ਬਦਨਾਮੀ ਦੇ ਡਰ ਦਾ ਭੂਤ ਉਹਨਾਂ ਦੇ ਸਿਰ ਤੇ ਸਵਾਰ ਹੋ ਗਿਆ ਤੇ ਉਹ ਪਾਗਲਾਂ ਵਾਂਗ ਲੱਗ ਰਹੇ ਸਨ। ਉਹ ਇਹ ਕਹਿੰਦਿਆਂ ਪਿਛਲੇ ਬੂਹੇ ਤੋਂ ਨੱਸ ਗਏ ਕਿ ਇਹੋ ਠੀਕ ਹੈ, ਮੈਂ ਜਾਂਦਾ ਹਾਂ। ਜੋ ਬੰਦੇ ਨੂੰ ਆਪਣੇ ਹੀ ਘਰੋਂ ਭਜਾ ਦੇਵੇ ਉਹ ਡਰ ਕਿੱਡਾ ਹੋਵੇਗਾ। ਇੱਜ਼ਤ ਬੜੀ ਭਿਆਨਕ ਚੀਜ਼ ਹੈ। ਇੱਜ਼ਤ ਦੇ ਬੋਝ ਹੇਠ ਸੱਚ ਕਿਸ ਕਦਰ ਚੀਖਦਾ ਰਹਿੰਦਾ ਹੈ। ਮੇਰੇ ਮੂੰਹੋਂ ਅਸਪਸ਼ਟ ਸ਼ਬਦ ਨਿਕਲੇ, ਮੈਨੂੰ ਕੀ ਪਤਾ ਸੀ ਕਿ ਤੁਸੀਂ ਇੰਨੇ ਡਰਪੋਕ ਹੋ। ਘਿਰਣ ਤੇ ਨਿਰਾਸ਼ਾ ਨਾਲ ਮੇਰਾ ਮਨ ਭਰ ਗਿਆ। ਕਿਸ ਯਕੀਨ ਨਾਲ ਮੈਂ ਇੱਥੇ ਆਈ ਸੀ ਅਤੇ ਕੀ ਹੋ ਗਿਆ। ਵਿਸ਼ਵਾਸ ਟੁੱਟ ਗਿਆ। ਜਿਸ ਨੂੰ ਮਜ਼ਬੂਤ ਟਾਹਣਾ ਸਮਝ ਕੇ ਸਹਾਰਾ ਲਿਆ, ਉਹ ਅੰਦਰੋਂ ਖੋਖਲਾ ਨਿਕਲਿਆ। ਜਿਸ ਨੂੰ ਠੋਸ ਚੱਟਾਨ ਸਮਝ ਕੇ ਪੈਰ ਧਰਿਆ, ਉਹ ਦਲਦਲ ਨਿਕਲੀ। ਜਿਸ ਨੂੰ ਅੰਮ੍ਰਿਤ ਸਮਝ ਕੇ ਪੀ ਰਹੀ ਸੀ, ਜ਼ਹਿਰ ਸੀ। ਭਰੋਸਾ ਟੁੱਟਣ ਦਾ ਦਰਦ ਬੜਾ ਮਾੜਾ ਹੁੰਦਾ ਹੈ। ਬਾਹਰ ਭੀੜ ਵੱਧ ਰਹੀ ਸੀ। ਮੁਹੱਲੇ ਦੇ ਭਲੇ ਬੁਰੇ ਸਭ ਇਕੱਠੇ ਹੋ ਰਹੇ ਸਨ। ਉਹ ਜੋ ਖੁਦ ਮੈਨੂੰ ਲਾਲਸਾ ਨਾਲ ਘੂਰਦੇ ਸਨ, ਉਹ ਜੋ ਖੁਦ ਬਦਚਲਨ ਸਨ, ਉਹ ਜੋ ਖੁਦ ਕਾਲੀਆਂ ਰਾਤਾਂ ਵਿੱਚ ਦੂਜਿਆਂ ਦੇ ਘਰਾਂ ਵਿੱਚ ਜਾਂਦੇ ਸਨ, ਹੁਣ ਧਰਮ ਅਤੇ ਪਵਿੱਤਰਤਾ ਦੇ ਝੰਡੇ ਹੱਥਾਂ ਵਿੱਚ ਲਈ ਖੜੇ ਸਨ। ਸਾਰੇ ਪਵਿੱਤਰ ਸਨ ਕਿਉਂਕਿ ਉਹ ਲੁਕਾਉਣ ਵਿੱਚ ਮਾਹਿਰ ਸਨ। ਚਰਿੱਤਰਵਾਨ ਤੇ ਚਰਿੱਤਰਹੀਨ ਵਿੱਚ ਕੁੱਲ ਇੰਨਾ ਫਰਕ ਹੈ, ਪਹਿਲਾਂ ਮਾੜੇ ਕੰਮਾਂ ਨੂੰ ਲੁਕਾਉਣ ਵਿੱਚ ਸਮਰੱਥ ਹੈ, ਦੂਜਾ ਅਸਮਰਥ। ਲੋਕ ਮੈਨੂੰ ਬੁਰਾ ਭਲਾ ਆਖ ਰਹੇ ਸਨ। ਦੂਜੇ ਬੰਦੇ ਦੇ ਮਾਮਲੇ 'ਚ ਹਰ ਚੋਰ ਮੈਜਿਸਟ੍ਰੇਟ ਹੋ ਜਾਂਦਾ ਹੈ, ਆਖ ਰਹੇ ਸਨ। ਰੋਜ਼ ਅੱਖ ਮਟਕਾ ਚੱਲਦਾ ਸੀ। ਸਾਨੂੰ ਤਾਂ ਪਤਾ ਸੀ ਇੱਕ ਦਿਨ ਇਉਂ ਹੋਣਾ ਹੀ ਹੈ। ਇਸ਼ਕ ਮੁਸ਼ਕ ਵੀ ਕਦੇ ਕਿਸੇ ਤੋਂ ਲੁਕਿਆ। ਮੈਂ ਬਾਹਰ ਨਿਕਲਣ ਲਈ ਹਿੰਮਤ ਜੁਟਾ ਰਹੀ ਸੀ। ਉਦਾਸੀ ਵਿੱਚ ਵੀ ਇੱਕ ਤਾਕਤ ਹੁੰਦੀ ਹੈ। ਸਾਡੀਆਂ ਬਹੁਤੀਆਂ ਕਮਜ਼ੋਰੀਆਂ ਸਾਡੀਆਂ ਉਮੀਦਾਂ ਕਰਕੇ ਹੁੰਦੀਆਂ ਹਨ। ਜਦ ਉਮੀਦ ਟੁੱਟ ਜਾਂਦੀ ਹੈ ਤਾਂ ਬੰਦਾ ਨਿਡਰ ਹੋ ਜਾਂਦਾ ਹੈ। ਉਸੇ ਸਮੇਂ ਬਾਪੂ ਜੀ ਆ ਗਏ। ਲੋਕ ਕਹਿਣ ਲੱਗੇ, ਲਓ ਭਾਈ, ਹੁਣ ਮਥੁਰਾ ਬਾਬੂ ਆ ਗਏ। ਹੁਣ ਉਹ ਜਾਣੇ ਤੇ ਉਹਨਾਂ ਦੀ ਕੁੜੀ। ਬਾਪੂ ਜੀ ਸਭ ਸੁਣ ਚੁੱਕੇ ਸਨ। ਉਹ ਚੁੱਪਚਾਪ ਆ ਕੇ ਖੜੇ ਹੋ ਗਏ। ਉਹ ਵਰਾਂਡੇ ਵਿੱਚ ਆ ਗਏ। ਰੌਲਾ ਥੋੜਾ ਘਟਿਆ ਤਾਂ ਉਹ ਚੀਖੇ, ਸ਼ੀਲਾ ਬਾਹਰ ਤਾਂ ਆ। ਮੈਂ ਬਾਹਰ ਨਿਕਲੀ ਤਾਂ ਸਾਹਮਣੇ ਘਰ ਵਾਲਾ, ਉਹ ਇੱਜ਼ਤਾਂ ਦਾ ਠੇਕੇਦਾਰ, ਬੋਲਿਆ, ਦੇਖ ਲਓ ਅਸੀਂ ਕਿਹੜਾ ਝੂਠ ਬੋਲਦੇ ਆਂ। ਬਾਪੂ ਜੀ ਸ਼ਾਂਤ ਸੁਰ ਵਿੱਚ ਬੋਲੇ, ਧੀਏ, ਕੀ ਹੋਇਆ? ਸੱਚ ਸੱਚ ਦੱਸ ਦੇ, ਕਿਸੇ ਤੋਂ ਡਰਨ ਦੀ ਲੋੜ ਨਹੀਂ। ਮੈਂ ਹੌਂਕੇ ਲੈ ਰਹੀ ਸੀ। ਬੜੀ ਔਖ ਨਾਲ ਆਖ ਸਕੀ। ਮੈਂ ਬਿਮਲਾ ਨਾਲ ਸਿਨੇਮਾ ਦੇਖ ਕੇ ਮੁੜ ਰਹੀ ਸੀ। ਉਹਨਾਂ ਦਾ ਨੌਕਰ ਗਲੀ ਦੇ ਮੋੜ ਤੱਕ ਛੱਡ ਗਿਆ। ਮੈਂ ਆ ਰਹੀ ਸੀ ਕਿ ਮੈਂ ਵੇਖਿਆ ਕਿ ਮੇਰੇ ਪਿੱਛੇ ਗੁੰਡੇ ਲੱਗੇ ਸਨ। ਇਹ ਬਾਰ ਖੁੱਲਾ ਸੀ। ਮੈਂ ਬਚਣ ਲਈ ਇੱਧਰ ਵੜ ਗਈ। ਇੰਨੇ 'ਚ ਲੋਕਾਂ ਨੇ ਰੌਲਾ ਪਾ ਦਿੱਤਾ। ਬਾਪੂ ਜੀ ਨੇ ਗੱਲ ਸੁਣੀ। ਉਹ ਬਹੁਤ ਘੱਟ ਬੋਲਦੇ ਸਨ, ਬਹੁਤ ਹੌਲੀ ਹੌਲੀ ਬੋਲਦੇ ਸਨ। ਪਰ ਇਸ ਸਮੇਂ ਉਹਨਾਂ ਵਿੱਚ ਇੱਕ ਅਜੀਬ ਜਿਹਾ ਤਿੱਖਾਪਨ ਵੱਧ ਗਿਆ। ਉਹ ਗੁੱਸੇ ਨਾਲ ਕੰਬਣ ਲੱਗੇ। ਉਹਨਾਂ ਦੇ ਮੂੰਹ ਤੇ ਨਫ਼ਰਤ ਛਾ ਗਈ। ਉਹ ਤਿੱਖੇ ਸੁਰ ਵਿੱਚ ਉਹਨਾਂ ਲੋਕਾਂ ਨੂੰ ਬੋਲੇ, ਤੁਹਾਨੂੰ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਦੂਜਿਆਂ ਦੀਆਂ ਧੀਆਂ ਬਦਨਾਮ ਕਰਦਿਆਂ? ਤੁਹਾਡੇ ਵੀ ਕੁੜੀਆਂ ਹੈਗੀਆਂ। ਉਹਨਾਂ ਨੂੰ ਸਿਖਾਇਓ ਕਿ ਜੇ ਗੁੰਡੇ ਪਿੱਛੇ ਲੱਗਣ ਤਾਂ ਉਹਨਾਂ ਦੇ ਨਾਲ ਚਲੀਆਂ ਜਾਣ, ਪਰ ਕਿਸੇ ਸ਼ਰੀਫ ਦੇ ਘਰੇ ਵੜ ਕੇ ਬਚਣ ਨਾ। ਉਹ ਲੋਕ ਇਸ ਸੱਟ ਨਾਲ ਤਿਲਮਿਲਾ ਉੱਠੇ। ਆਪਣੀ ਧੀ ਭੈਣ ਤੇ ਆਉਂਦਿਆਂ ਹੀ ਬੰਦਾ ਸੁਚੇਤ ਹੋ ਜਾਂਦਾ ਹੈ। ਉਹਨਾਂ ਦਾ ਜ਼ਖਮੀ ਹੰਕਾਰ ਬੋਲਿਆ, ਸਾਨੂੰ ਕਿਉਂ ਗਾਲਾਂ ਕੱਢਦਾ ਹੈ? ਉਲਟਾ ਚੋਰ ਸਿਪਾਹੀ ਨੂੰ? ਵਾਹ, ਸੱਦੋ ਮਹਿੰਦਰ ਨਾਥ ਨੂੰ। ਉਹ ਕਿਉਂ ਲੁਕਿਆ? ਪੁੱਛੋ ਉਹਨੂੰ। ਬਾਪੂ ਜੀ ਨੇ ਜਵਾਬ ਦਿੱਤਾ, ਕਿਉਂ ਸੱਦਾਂ ਉਹਨੂੰ? ਤੂੰ ਜੱਜ ਲੱਗਿਆ ਵੀ ਮੈਂ ਉਹਨੂੰ ਤੇਰੀ ਅਦਾਲਤ ਵਿੱਚ ਸੱਦਾਂ? ਮੈਂ ਕਿਹਾ, ਉਹ ਤਾਂ ਇਹ ਰੌਲਾ ਸੁਣ ਬਦਨਾਮੀ ਦੇ ਡਰੋਂ ਪਿਛਲੇ ਦਰਵਾਜ਼ਿਓਂ ਭੱਜ ਗਏ। ਇਸ ਗੱਲ ਨਾਲ ਉਹਨਾਂ ਦੇ ਸ਼ੱਕ ਨੂੰ ਤਾਕਤ ਮਿਲ ਗਈ। ਇੱਕ ਬੰਦਾ ਬੋਲਿਆ, ਕਿਉਂ ਬਈ? ਸੱਚਾ ਬੰਦਾ ਕਿਤੇ ਪਿਛਲੇ ਦਰਵਾਜ਼ਿਓਂ ਭੱਜਦਾ? ਕੱਢੋ ਇਹਨੂੰ ਮੁਹੱਲੇ ਚੋਂ। ਅਸੀਂ ਤਾਂ ਪਹਿਲਾਂ ਹੀ ਆਖਿਆ ਸੀ ਕਿ ਛੜੇ ਛਟਾਂਗ ਬੰਦੇ ਨੂੰ ਘਰ ਨਹੀਂ ਦੇਣਾ ਚਾਹੀਦਾ। ਬਾਪੂ ਜੀ ਨੇ ਮੇਰਾ ਹੱਥ ਫੜਿਆ ਤੇ ਬੋਲੇ, ਚੱਲ ਘਰੇ ਚੱਲ ਗਏ। ਘਰੇ ਪਹੁੰਚ ਕੇ ਨਾ ਮੈਂ ਬੋਲੀ ਤੇ ਨਾ ਬਾਪੂ ਜੀ। ਦੋਵੇਂ ਜਾਗ ਰਹੇ ਸਾਂ। ਮੇਰੇ ਹੌਂਕੇ ਉਹਨਾਂ ਨੂੰ ਸੁਣ ਰਹੇ ਸਨ ਤੇ ਉਹਨਾਂ ਦੇ ਠੰਡੇ ਸਾਹ ਮੇਰੇ ਕੰਨੀ ਪੈ ਰਹੇ ਸਨ। 1 ਘੰਟੇ ਵਿੱਚ ਹੀ ਅਸੀਂ ਇੱਕ ਦੂਜੇ ਲਈ ਅਜਨਬੀ ਹੋ ਗਏ ਸਾਂ। ਦੁੱਖ ਆਦਮੀਆਂ ਨੂੰ ਜੋੜਦਾ ਹੈ ਪਰ ਦੁੱਖ ਤੋੜਦਾ ਵੀ ਹੈ। ਦੋ ਦੁਖੀ ਬੰਦੇ ਆਪਸ ਵਿੱਚ ਇਸੇ ਲਈ ਨਹੀਂ ਬੋਲਦੇ ਕਿ ਕਿਤੇ ਸਾਡੇ ਹੱਥੋਂ ਦੁੱਖਾਂ ਦੇ ਬੰਦ ਡੱਬੇ ਦਾ ਢੱਕਣ ਨਾ ਖੁੱਲ ਜਾਵੇ। ਉਹ ਇਸੇ ਲਈ ਨਹੀਂ ਬੋਲਦੇ ਕਿ ਹਰੇਕ ਦੇ ਸਿਰ ਦੁੱਖਾਂ ਦਾ ਭਾਰ ਦੂਣਾ ਹੋ ਜਾਵੇਗਾ। ਰਾਤ ਨੂੰ ਕਰੀਬ 2 ਵਜੇ ਉਹ ਮੇਰੇ ਕੋਲ ਆਏ ਅਤੇ ਮੇਰੇ ਸਿਰ ਤੇ ਹੱਥ ਰੱਖ ਕੇ ਬੋਲੇ, ਧੀਏ, ਮੈਨੂੰ ਤੇਰੇ ਤੇ ਯਕੀਨ ਹੈ। ਤੇਰੇ ਤੋਂ ਅਜਿਹਾ ਕੁਝ ਨਹੀਂ ਹੋਵੇਗਾ ਜਿਸ ਨਾਲ ਮੈਨੂੰ ਕਲੰਕ ਲੱਗੇ। ਸੌਂ ਜਾ। ਮੈਂ ਉਹਨਾਂ ਨੂੰ ਲਿਪਟ ਕੇ ਰੋਂਦੀ ਰਹੀ। ਸਵੇਰੇ ਉੱਠੇ ਤਾਂ ਅਸੀਂ ਆਪਣੇ ਆਪ ਨੂੰ ਹੋਰ ਦੁਨੀਆ 'ਚ ਹੀ ਪਾਇਆ।
ਮਨੁੱਖ ਉਹ ਸਨ, ਪਰ ਉਹਨਾਂ ਦੀ ਝਾਕਣੀ ਬਦਲ ਗਈ ਸੀ। ਸੰਸਾਰ ਮਾਸ ਪਿੰਡਿਆਂ ਦਾ ਸਮੂਹ ਤਾਂ ਹੈ ਹੀ ਨਹੀਂ, ਮਨੁੱਖ ਦੇ ਮਨੁੱਖ ਪ੍ਰਤੀ ਵਿਹਾਰ ਦਾ ਨਾਮ ਹੀ ਤਾਂ ਸੰਸਾਰ ਹੈ। ਸੰਸਾਰ ਸਾਡੇ ਲਈ ਬਦਲ ਗਿਆ ਸੀ, ਸਾਡਾ ਉਹਨਾਂ ਦਾ ਸੰਬੰਧ ਬਦਲ ਗਿਆ ਸੀ। ਕੱਲ ਤੱਕ ਜਿੰਨਾ ਮੂੰਹਾਂ ਤੇ ਨਿਮਰਤਾ ਦਿਖਦੀ ਸੀ, ਉਹਨਾਂ ਤੇ ਨਫ਼ਰਤ ਜੰਮ ਗਈ ਸੀ। ਕੱਲ ਤੱਕ ਜੋ ਅੱਖਾਂ ਸੰਗ ਨਾਲ ਨਹੀਂ ਸੀ ਉੱਠਦੀਆਂ, ਉਹ ਅੱਜ ਸ਼ੈਤਾਨੀ ਨਾਲ ਘੂਰਨ ਲੱਗੀਆਂ। ਕੱਲ ਤੱਕ ਜਿੰਨਾ ਮੂੰਹਾਂ 'ਚ ਜ਼ਬਾਨ ਤੱਕ ਨਹੀਂ ਸੀ, ਅੱਜ ਉਹਨਾਂ ਵਿੱਚੋਂ ਤਾਨੇ ਨਿਕਲ ਰਹੇ ਸਨ। ਔਰਤਾਂ ਮੈਨੂੰ ਦਰਾਜਾਂ ਵਿੱਚੋਂ ਤੱਕਦੀਆਂ ਹੱਸਦੀਆਂ ਸਨ। ਪਿੰਜਰੇ ਵਿੱਚ ਬੰਦ ਪਰਿੰਦੇ ਆਜ਼ਾਦ ਪੰਛੀ ਨੂੰ ਜ਼ਖਮੀ ਹੁੰਦਿਆਂ ਦੇਖ ਬੜੇ ਖੁਸ਼ ਹੁੰਦੇ ਹਨ, ਕਿਉਂਕਿ ਉਹਨਾਂ ਦੀ ਘੁਟਨ ਤੋਂ ਪੈਦਾ ਹੋਈ ਹੀਨਤਾ ਦੀ ਭਾਵਨਾ ਨੂੰ ਸ਼ਾਂਤੀ ਮਿਲਦੀ ਹੈ। ਲੋਕ ਮੈਨੂੰ ਦੇਖ ਦੇਖ ਟਿਕਚਰਾਂ ਕਰਦੇ ਆਪਸ ਵਿੱਚ ਫੁੱਸ-ਫੁੱਸ ਕਰਦੇ। ਨਿੰਦਨ ਵਿੱਚ ਵੀ ਬੜਾ ਰਸ ਹੁੰਦਾ। ਨਿੰਦਾ ਬਹੁਤ ਜੋੜ ਮੇਲਣ ਵਾਲੀ ਹੁੰਦੀ ਹੈ। ਜਿਨ੍ਹਾਂ ਦਾ ਵਰ੍ਹਿਆਂ ਤੋਂ ਵੈਰ ਚੱਲ ਰਿਹਾ ਸੀ, ਬੋਲਚਾਲ ਬੰਦ ਸੀ, ਉਹਨਾਂ ਵਿੱਚ ਸੁਲ੍ਹਾ ਹੋ ਗਈ, ਬੋਲਚਾਲ ਸ਼ੁਰੂ ਹੋ ਗਈ। ਇਹ ਸਾਰੇ ਪਵਿੱਤਰਤਾ ਜਾਂ ਨੈਤਿਕਤਾ ਦੇ ਹਮਾਇਤੀ ਨਹੀਂ ਹੁੰਦੇ। ਔਰਤ ਮਰਦ ਦਾ ਮਿਲਣਾ ਵੀ ਇਹ ਬੁਰਾ ਨਹੀਂ ਮੰਨਦੇ। ਬੁਰਾ ਇਹਨਾਂ ਨੂੰ ਇਸ ਗੱਲ ਦਾ ਲੱਗਦਾ ਹੈ ਕਿ ਹਾਏ ਓਏ, ਉਹ ਮੇਰੇ ਨਾਲ ਨਹੀਂ ਹੋਈ। 100 ਵਿੱਚੋਂ 90 ਦਾ ਤਾਂ ਇਹੋ ਹਾਲ ਹੈ। ਇਹ ਅਸਫਲਤਾ ਤੇ ਅਸਮਰਥਾ ਇੱਕੋ ਦਮ ਉਪਦੇਸ਼ਕ ਬਣਾ ਦਿੰਦੀ ਹੈ। ਕਮਜ਼ੋਰੀ ਨੈਤਿਕਵਾਦ ਦੀ ਮਾਂ ਹੁੰਦੀ ਹੈ ਅਤੇ ਫਿਰ ਕਮੀਨਗੀ ਤਾਂ ਸਦਾ ਹੀ ਅਹਿਮੀਅਤ ਦਾ ਉਪਦੇਸ਼ ਦਿੰਦੀ ਆਈ ਹੈ। ਪਾਪ ਦੇ ਹੱਥਾਂ ਵਿੱਚ ਹੀ ਪੁੰਨ ਦੀ ਝੰਡੀ ਲਹਿਰਾਉਂਦੀ ਹੈ। ਮੈਂ ਸੋਚਿਆ ਕਿ ਡਰ ਗਈ ਤਾਂ ਜਿਉਣਾ ਅਸੰਭਵ ਹੋ ਜਾਵੇਗਾ। ਜਿਉਣ ਦੀ ਕੋਸ਼ਿਸ਼ ਤਾਂ ਕਰਨੀ ਹੀ ਪੈਂਦੀ ਹੈ। ਉਹ ਮੌਤ ਹੈ ਜੋ ਬਿਨਾਂ ਕਿਸੇ ਕੋਸ਼ਿਸ਼ ਦੇ ਮਿਲ ਜਾਂਦੀ ਹੈ। ਮੈਂ ਆਪਣੀ ਨਿਗਾਹ ਵਿੱਚ ਬਿਲਕੁਲ ਬੇਦਾਗ ਤੇ ਪਵਿੱਤਰ ਸੀ। ਜੇ ਮਹਿੰਦਰ ਨਾਥ ਦੀ ਤਿਆਰੀ ਹੁੰਦੀ ਤਾਂ ਮੈਂ ਸਪਸ਼ਟ ਕਹਿ ਦਿੰਦੀ ਕਿ ਮੈਂ ਉਹਦੇ ਕੋਲ ਰਾਤ ਨੂੰ ਗਈ ਸੀ। ਇਸ ਨੂੰ ਨਾ ਮੈਂ ਬੁਰਾ ਮੰਨਦੀ, ਨਾ ਹੀ ਅਨੈਤਿਕ। ਰਾਧਾ ਤੇ ਕ੍ਰਿਸ਼ਨ ਦਾ ਯਮੁਨਾ ਦੇ ਕੁੰਜ ਮਿਲਣ ਵਾਲੇ ਗੀਤਾਂ ਤੇ ਮੰਤਰ ਮੁਗਧ ਹੋ ਜਾਣ ਵਾਲੇ ਲੋਕ ਬੰਦਿਆਂ ਵਾਰੀ ਬੜੇ ਕੰਜੂਸ ਹੁੰਦੇ ਨੇ। ਮੈਂ ਉਵੇਂ ਹੀ ਸਿਰ ਉੱਚਾ ਕਰਕੇ ਨਿਕਲੀ ਅਤੇ ਪਹਿਲੇ ਹੀ ਮਕਾਨ ਵਿੱਚੋਂ ਰਿਮੌਕ ਮਿਲਿਆ। ਵਾਹ, ਖੇ ਖਾ ਕੇ ਵੀ ਕਿਵੇਂ ਲੋਕ ਸਿਰ ਉਤਾਂ ਕਰਕੇ ਤੁਰਦੇ ਨੇ, ਧਨ ਨੇ। ਬਾਪੂ ਜੀ ਬਿਲਕੁਲ ਟੁੱਟ ਗਏ ਸਨ। ਉਹ ਦਿਨ ਭਰ ਸ਼ਾਂਤ ਬੈਠੇ ਰਹਿੰਦੇ। ਉਹਨਾਂ ਦਾ ਸੁਭਾਅ ਚਿੜਚਿੜਾ ਹੋ ਗਿਆ ਸੀ। ਕਿਤੇ ਕੁਝ ਸੁਣ ਲੈਂਦੇ ਤਾਂ ਲੜ ਪੈਂਦੇ। ਕਈ ਲੋਕਾਂ ਨਾਲ ਉਹਨਾਂ ਦੀ ਖੜਕ ਪਈ ਸੀ। ਇਹੋ ਜਿਹੀਆਂ ਕਰਾਰੀਆਂ ਸੁਣਾਉਂਦੇ ਕਿ ਸੁਣਨ ਵਾਲੇ ਦਾ ਮੂੰਹ ਕਾਲਾ ਹੋ ਜਾਂਦਾ। ਝੂਠੀ ਮਾਨ ਮਰਿਆਦਾ ਨੇ ਉਹਨਾਂ ਦਾ ਮੂੰਹ ਬੰਦ ਕੀਤਾ ਹੋਇਆ ਸੀ। ਹੁਣ ਜਦ ਉਹ ਨਾ ਰਹੀ ਤਾਂ ਬੇਝਿਜਕ ਜੋ ਦਿਲ ਆਉਂਦਾ ਸਪਸ਼ਟ ਕਹਿ ਦਿੰਦੇ। ਨਾ ਉਹਨਾਂ ਨੂੰ ਕੋਈ ਮਿਲਣ ਆਉਂਦਾ, ਨਾ ਹੀ ਉਹ ਕਿਸੇ ਕੋਲ ਜਾਂਦੇ। ਮੇਰੇ ਵਿਆਹ ਦੇ ਸਾਰੇ ਰਾਹ ਬੰਦ ਹੋ ਚੁੱਕੇ ਸਨ। ਮੇਰੀ ਬਦਨਾਮੀ ਚੌਂ ਪਾਸੇ ਫੈਲ ਗਈ। ਬਾਪੂ ਜੀ ਨੇ 1-2 ਜਗ੍ਹਾ ਗੱਲ ਚਲਾਈ ਤਾਂ ਕੋਰੀ ਨਾ ਮਿਲੀ। ਇੱਕ ਦੂਰ ਦੇ ਰਿਸ਼ਤੇਦਾਰ ਨੇ 500 ਮੀਲ ਦੂਰ ਰਹਿਣ ਵਾਲੇ ਕਿਸੇ ਪਰਿਵਾਰ ਨਾਲ ਇਸ ਉਮੀਦ ਨਾਲ ਗੱਲਬਾਤ ਸ਼ੁਰੂ ਕੀਤੀ ਕਿ ਉੱਥੇ ਬਦਨਾਮੀ ਨਹੀਂ ਪਹੁੰਚੀ ਹੋਵੇਗੀ, ਪਰ ਕਿਸੇ ਸ਼ੁਭ ਚਿੰਤਕ ਨੇ ਉਹਨਾਂ ਨੂੰ ਵੀ ਖਬਰ ਪਹੁੰਚਾ ਦਿੱਤੀ ਕਿ ਗਸ਼ਤੀ ਨੂੰ ਕਿਉਂ ਘਰੇ ਲਿਆ ਰਹੇ ਹੋ। ਇੱਕ ਦਿਨ ਉਹ ਬਾਪੂ ਜੀ ਕੋਲ ਆਏ ਤੇ ਬੜੀ ਬੇਦਲੀ ਜਿਹੀ ਨਾਲ ਬੋਲੇ, ਹੁਣ ਕੀ ਕਰੀਏ? ਜਦ ਆਪਣਾ ਹੀ ਸਿੱਕਾ ਖੋਟਾ ਤਾਂ ਪਰਖਣ ਵਾਲੇ ਦਾ ਕੀ ਕਸੂਰ? ਬਾਪੂ ਜੀ ਉਹਨਾਂ ਤੇ ਟੁੱਟ ਪਏ। ਪਰਖਣ ਵਾਲੇ ਸਾਰੇ ਅੰਨੇ ਨੇ, ਉਹਨਾਂ ਦੇ ਕੰਨ ਹੀ ਕੰਨ ਨੇ, ਨਾ ਅੱਖਾਂ ਹਨ ਨਾ ਦਿਮਾਗ, ਤੇ ਤੁਸੀਂ ਵੀ ਉਹੋ ਜਿਹੇ ਹੀ ਹੋ। ਕਿਹਨੇ ਆਖਿਆ ਸੀ ਤੈਨੂੰ ਕਿ ਮੇਰੀ ਕੁੜੀ ਦੀ ਗੱਲ ਚਲਾ? ਉਹ ਆਪਦਾ ਵਿਚਾਰਾ ਜਿਹਾ ਮੂੰਹ ਲੈ ਕੇ ਤੁਰ ਗਿਆ। ਬਾਪੂ ਜੀ ਦੀ ਤਬੀਅਤ ਖਰਾਬ ਰਹਿਣ ਲੱਗੀ। ਉਹਨਾਂ ਮੰਜਾ ਫੜ ਲਿਆ। ਮੈਂ ਜਾਣਦੀ ਸੀ ਕਿ ਕੀ ਹੋਣ ਵਾਲਾ ਹੈ। ਆਖਿਰ ਇੱਕ ਦਿਨ ਅੱਧੀ ਰਾਤ ਨੂੰ ਉਹ ਹੋਇਆ। ਆਖਰੀ ਪਲਾਂ ਦੀ ਉਹਨਾਂ ਦੇ ਸਾਹਾਂ ਦੀ ਤੜਫਣ ਮੈਨੂੰ ਅੱਜ ਵੀ ਯਾਦ ਹੈ। ਉਹਨਾਂ ਦੇ ਸਾਹਾਂ ਨੂੰ ਸਿਰਫ ਮੇਰਾ ਰਿਸ਼ਤਾ ਧਰਤੀ ਨਾਲ ਬੰਨੀ ਬੈਠਾ ਸੀ। ਇੱਕੋ ਕਾਰਨ ਸੀ ਉਹਨਾਂ ਦੇ ਜਿਉਣ ਦਾ, ਮੈਂ। ਕੁਝ ਦਿਨ ਤੋਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਵਿਅਰਥਤਾ ਮਹਿਸੂਸ ਹੋਣ ਲੱਗੀ ਸੀ। ਉਹ ਮਹਿਸੂਸ ਕਰਨ ਲੱਗੇ ਕਿ ਉਹਨਾਂ ਦੇ ਰਹਿਣ ਨਾਲ ਮੇਰਾ ਕੋਈ ਖਾਸ ਹਿੱਤ ਨਹੀਂ ਹੈ। ਸਵੈ ਪੀੜਾ ਨੇ ਮੌਤ ਨੂੰ ਹੋਰ ਨੇੜੇ ਲਿਆ ਦਿੱਤਾ। ਬਹੁਤ ਦਿਨਾਂ ਤੋਂ ਅਸੀਂ ਦੋਵੇਂ ਇੱਕੋ ਘਰ ਵਿੱਚ ਥੋੜੀ ਬਹੁਤੀ ਜਾਣ ਪਛਾਣ ਵਾਲਿਆਂ ਵਾਂਗੂ ਰਹਿਣ ਲੱਗੇ ਸਾਂ, ਜਿਵੇਂ ਸਰਾਂ ਵਿੱਚ ਇੱਕ ਦਿਨ ਲਈ ਟਿਕੇ 2 ਬੰਦੇ। ਜਿੰਨਾ ਜਲਦੀ ਹੀ ਵੱਖ ਹੋ ਜਾਣਾ ਹੈ। ਉਹ ਸੰਸਾਰ ਨਾਲੋਂ, ਮੇਰੇ ਨਾਲੋਂ ਸਾਰੇ ਨਾਤੇ ਤੋੜ ਚੁੱਕੇ ਸਨ। ਇਹ ਗਿਆਨ ਜਾਂ ਤੰਗੀ ਤੋਂ ਪੈਦਾ ਹੋਇਆ ਵਿਰਾਗ ਨਹੀਂ ਸੀ। ਮਨ ਨਿਰਾਸ਼ਾ ਅਤੇ ਅਸਫਲਤਾ ਦੀ ਸਿਖਰ ਤੇ ਸੀ। ਆਖਰੀ ਸਮੇਂ ਉਹਨਾਂ ਦਾ ਮੋਹ ਥੋਪੀ ਹੋਈ ਨਿਰਪੱਖਤਾ ਦਾ ਪਾਜ਼ ਉਧੇੜ ਕੇ ਉੱਭਰ ਆਇਆ ਸੀ। ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੇ ਝਰਨੇ ਵਹਿਣ ਲੱਗੇ। ਉਹਨਾਂ ਨੇ ਮੈਨੂੰ ਕੋਲ ਸੱਦਿਆ ਤੇ ਮੇਰੇ ਸਿਰ ਤੇ ਹੱਥ ਰੱਖ ਕੇ ਬੋਲੇ, ਧੀਏ, ਤੇਰਾ ਕੋਈ ਟਿਕਾਣਾ ਨਹੀਂ ਕਰ ਸਕਿਆ। ਕੀ ਬਣੂ ਤੇਰਾ?
ਉਹਨਾਂ ਦੇ ਤੜਫਦੇ ਸਾਹਾਂ ਨੂੰ ਮੈਂ ਢਾਰਸ ਦੇ 2 ਬੋਲ ਵੀ ਨਾ ਦੇ ਸਕੀ। ਮੈਨੂੰ ਸੁੱਝਿਆ ਹੀ ਨਹੀਂ ਕਿ ਮੈਂ ਕੀ ਕਰਾਂ। ਆਮ ਢਾਰਸ ਦੇ ਬੋਲ ਉਹਨਾਂ ਲਈ ਫਜ਼ੂਲ ਸਨ। ਉਹਨਾਂ ਨੇ ਜ਼ਿੰਦਗੀ ਦਾ ਸੌੜਾ ਸਵਾਦ ਲਿਆ ਸੀ। ਸ਼ਬਦਾਂ ਦੇ ਪਿੱਛੇ ਦੀ ਬੇਮਤਲਬੀ ਨੂੰ ਉਹ ਸਮਝਦੇ ਸਨ। ਉਹਨਾਂ ਦਾ ਦੁੱਖ, ਉਹਨਾਂ ਦਾ ਦਰਦ ਇੰਨਾ ਛੋਟਾ ਨਹੀਂ ਸੀ ਕਿ ਸ਼ਬਦਾਂ ਨਾਲ ਸ਼ਾਂਤ ਕੀਤਾ ਜਾ ਸਕੇ। ਮੈਂ ਚੁੱਪ ਹੀ ਰਹੀ। ਪੂਰੀ ਰਾਤ ਮੈਂ ਉਹਨਾਂ ਦੇ ਮ੍ਰਿਤਕ ਦੇ ਕੋਲ ਬੈਠੀ ਰਹੀ ਅਤੇ ਇੱਕ ਤੋਂ ਬਾਅਦ ਇੱਕ ਜ਼ਿੰਦਗੀ ਦੀਆਂ ਸਮੁੱਚੀਆਂ ਘਟਨਾਵਾਂ ਅੱਖਾਂ ਸਾਹਮਣੇ ਆਉਣ ਲੱਗੀਆਂ। ਉਹਨਾਂ ਦਾ ਪਿਆਰ, ਉਹਨਾਂ ਦਾ ਤਿਆਗ ਮੈਨੂੰ ਰਹਿ ਰਹਿ ਕੇ ਯਾਦ ਆਉਣ ਲੱਗਾ। ਮੇਰੇ ਹੰਝੂ ਸੁੱਕ ਗਏ ਸਨ। ਮੈਂ ਉਹਨਾਂ ਨੂੰ ਬਚਾ ਕੇ ਰੱਖ ਲਿਆ ਸੀ। ਪੂਰੀ ਉਮਰ ਪਈ ਹੈ, ਖਬਰੇ ਕਦ ਕਿੰਨੇ ਹੰਝੂਆਂ ਦੀ ਲੋੜ ਪੈ ਜਾਵੇ। ਸਵੇਰ ਹੋਈ ਤਾਂ ਮੈਨੂੰ ਬਦੋ-ਬਦੀ ਰੋਣਾ ਆ ਗਿਆ। ਮੌਤ ਤੋਂ ਬਾਅਦ ਰੋਣਾ ਇਸ ਲਈ ਜ਼ਰੂਰੀ ਹੁੰਦਾ ਹੈ ਕਿ ਗੁਆਂਢੀ ਸੁਣ ਕੇ ਸੰਸਕਾਰ ਕਰਾਉਣ ਆ ਜਾਂਦੇ ਹਨ। ਜਿਵੇਂ ਵਿਆਹ ਵਿੱਚ ਢੋਲ, ਉਵੇਂ ਮਰਗ ਤੇ ਰੋਣਾ। ਲੋਕ ਤਾਂ ਮੌਤ ਨੂੰ ਜਸ਼ਨ ਦਾ ਰੂਪ ਦੇ ਦਿੰਦੇ ਹਨ, ਘਰ ਘਰ ਸੁਨੇਹਾ ਲਾ ਆਉਂਦੇ ਹਨ ਅਤੇ ਪੁੱਤ ਪਿਓ ਦੇ ਸੰਸਕਾਰ ਵਿੱਚ ਹਜ਼ਾਰਾਂ ਲੋਕਾਂ ਨੂੰ ਵਹਿੰਦਾ ਹੈ ਤਾਂ ਪਿਓ ਦੀ ਮੌਤ ਭੁੱਲ ਜਾਂਦਾ ਹੈ ਤੇ ਉਸਦਾ ਸੀਨਾ ਮਾਣ ਨਾਲ ਫੁੱਲ ਜਾਂਦਾ ਹੈ। ਰੋਣਾ ਮੇਰੇ ਲਈ ਜ਼ਰੂਰੀ ਹੋ ਗਿਆ ਸੀ। ਮੈਂ ਰੋਈ। ਗੁਆਂਢੀ ਆ ਕੇ ਦੇਖ ਜਾਂਦੇ ਪਰ ਕੋਈ ਨੇੜੇ ਨਾ ਆਉਂਦਾ। ਕਹਿੰਦੇ ਹਨ ਮੌਤ ਤੋਂ ਬਾਅਦ ਦੁਸ਼ਮਣੀ ਖਤਮ ਹੋ ਜਾਂਦੀ ਹੈ, ਪਰ ਜੋ ਨਫ਼ਰਤ ਦੇ ਦੇਵਤੇ ਦੇ ਸੱਚੇ ਭਗਤ ਹੁੰਦੇ ਹਨ ਉਹ ਮੁਰਦੇ ਨਾਲ ਵੀ ਦੁਸ਼ਮਣੀ ਕਮਾਉਂਦੇ ਹਨ। ਪਰ ਕੁਝ ਦਿਨਾਂ ਬਾਅਦ ਸਮਝ ਆਇਆ ਕਿ ਉਹ ਨੀਚ ਨਹੀਂ ਸਨ, ਗੁਲਾਮ ਸਨ ਸੰਸਕਾਰਬੱਧ ਭਾਵਨਾ ਦੇ। ਉਹ ਸਿਰਫ ਦਿਆਲੂ ਸਨ। ਕੁਝ ਚਿਰ ਬਾਅਦ ਗੁਆਂਢ ਦੀ ਇੱਕ ਵਿਧਵਾ ਆਈ। ਮੈਂ ਤੈਅ ਕੀਤਾ ਸੀ ਕਿ ਇਕੱਲੇ ਹੀ ਮੁਰਦੇ ਨੂੰ ਟਿਕਾਣੇ ਲਾਵਾਂਗੀ। ਬਾਜ਼ਾਰ ਗਈ, ਬਾਂਸ, ਕਫਨ ਆਦਿ ਖਰੀਦੇ ਅਤੇ ਚੌਂਕ ਵਿੱਚੋਂ 4-5 ਮਜ਼ਦੂਰ ਲੈ ਆਈ। ਇਸੇ ਦੌਰਾਨ ਬਿਮਲਾ ਨੂੰ ਸੂਹ ਲੱਗ ਗਈ ਸੀ ਅਤੇ ਉਹ ਆਪਣੇ ਭਾਈ ਨੂੰ ਨਾਲ ਲੈ ਕੇ ਆ ਗਈ ਸੀ। ਮੈਂ ਘਰ ਪਹੁੰਚੀ ਤਾਂ ਹੋਰ ਹੀ ਦ੍ਰਿਸ਼ ਦੇਖਿਆ। ਉਹ ਵਿਧਵਾ ਬੂਹੇ ਵਿੱਚ ਖੜੀ ਮੁਹੱਲੇ ਵਾਲਿਆਂ ਨੂੰ ਲਾਹਨਤਾਂ ਪਾ ਰਹੀ ਸੀ। ਵੇ ਤੁਸੀਂ ਵੀ ਤਾਂ ਕਿਸੇ ਦਿਨ ਮਰਨਾ ਹੈ। ਮੁਹੱਲੇ 'ਚ ਮੁਰਦਾ ਪਿਆ ਤੇ ਤੁਸੀਂ ਘਰਾਂ ਵਿੱਚ ਮੂੰਹ ਲੁਕੋਈ ਬੈਠੇ ਹੋ। ਰੱਬ ਨੇ ਮੇਰੇ 6 ਪੁੱਤ ਚੱਕ ਲਏ। ਜੇ ਅੱਜ ਉਹ ਹੁੰਦੇ, ਮਥੁਰਾ ਬਾਬੂ ਦੇ ਨਾਲ ਨਾਲ ਤੁਹਾਨੂੰ ਸਾਰਿਆਂ ਨੂੰ ਵੀ ਸਿਵਿਆਂ ਵਿੱਚ ਪਹੁੰਚਾਇਆ ਹੁੰਦਾ। ਤੁਹਾਨੂੰ ਸ਼ਰਮ ਨਹੀਂ ਆਉਂਦੀ? ਵੇ ਮੁਰਦੇ ਨਾਲ ਕਾਹਦੀ ਦੁਸ਼ਮਣੀ। ਅੰਤ ਕੁਝ ਬੰਦੇ ਸ਼ਰਮਸ਼ਾਰ ਹੋ ਕੇ ਆਏ। ਉਹਨਾਂ ਨੇ ਆਉਂਦਿਆਂ ਹੀ ਉਸ ਔਰਤ ਨੇ ਕਿਹਾ, ਹੁਣ ਤੱਕ ਕਿਉਂ ਨਹੀਂ ਆਏ? ਕੀ ਸੋਚਦੇ ਸੀ ਵੀ ਅਸੀਂ ਅਮਰ ਹੋ ਕੇ ਆਏ ਹਾਂ? ਅਰਥੀ ਬਣੀ ਤੇ ਬਾਪੂ ਜੀ ਦੇ ਫੁੱਲ ਧਾਰ ਦਿੱਤੇ। ਬਾਪੂ ਜੀ ਦੀ ਮੌਤ ਤੋਂ ਬਾਅਦ ਮੈਨੂੰ ਬਹੁਤ ਸੁੰਨਸਾਨ ਲੱਗਿਆ, ਪਰ ਮੇਰਾ ਮਨ ਕੁਝ ਹਲਕਾ ਵੀ ਹੋਇਆ। ਮੈਂ ਉਹਨਾਂ ਦਾ ਦੁੱਖ ਨਹੀਂ ਸੀ ਦੇਖ ਸਕਦੀ। ਮੇਰੇ ਕਾਰਨ ਉਹਨਾਂ ਦੀ ਆਤਮਾ ਨੂੰ ਜੋ ਦੁੱਖ ਹੁੰਦਾ ਸੀ, ਉਸ ਨੂੰ ਦੇਖ ਕੇ ਮੈਂ ਸਵੈ ਨਫ਼ਰਤ ਨਾਲ ਸੜੀ ਜਾਂਦੀ ਸੀ। ਪਿਓ ਦੀ ਮੌਤ ਬਿਨ ਮਾਂ ਦੀ ਧੀ ਲਈ ਕਿੰਨਾ ਵੱਡਾ ਦਰਦ ਹੁੰਦੀ ਹੈ। ਜੱਗ ਦਾ ਇੱਕੋ ਇੱਕ ਸਹਾਰਾ ਜਿਸ ਮੇਰੇ ਤੇ ਛਾਂ ਕਰੀ ਸੀ ਅਤੇ ਜਿਸ ਦੀ ਰਾਖੀ ਵਿੱਚ ਮੈਂ ਆਤਮ ਵਿਸ਼ਵਾਸ ਨਾਲ ਭਰੀ ਰਹਿੰਦੀ ਸੀ, ਚੱਲ ਵਸਿਆ ਸੀ। ਪਰ ਇੱਕ ਤਰ੍ਹਾਂ ਨਾਲ ਮੈਨੂੰ ਉਹਨਾਂ ਦਾ ਚੱਲ ਵਸਣਾ ਹੀ ਸਹੀ ਲੱਗਾ। ਮੌਤ ਕਿਸੇ ਲਈ ਫਾਇਦੇਮੰਦ ਹੈ, ਅਜਿਹਾ ਮੈਨੂੰ ਉਸ ਸਮੇਂ ਲੱਗਿਆ ਸੀ। ਉਹ ਮੇਰੇ ਲਈ ਹੀ ਜਿਉਂਦੇ ਸਨ। ਮੇਰੀ ਜ਼ਿੰਦਗੀ ਬਣਾਉਣ ਲਈ ਉਹ ਆਪਣੇ ਆਪ ਨੂੰ ਲਾ ਰਹੇ ਸਨ। ਪਰ ਜਦ ਮੈਂ ਹੀ ਉਹਨਾਂ ਦੀਆਂ ਆਸਾਂ ਨੂੰ ਤੋੜ ਦਿੱਤਾ, ਜਦ ਮੇਰੀ ਹੋਂਦ ਉਹਨਾਂ ਲਈ ਦੁਖਦਾਇਕ ਹੋ ਗਈ, ਤਾਂ ਉਹਨਾਂ ਦਾ ਚੱਲ ਵਸਣਾ ਹੀ ਚੰਗਾ ਸੀ। ਸਾਡੇ ਦੋਹਾਂ ਵਿੱਚੋਂ ਕੋਈ ਇੱਕ ਤਾਂ ਦੁੱਖ ਤੋਂ ਬਚਿਆ। ਮੇਰੇ ਸਾਵੇਂ ਪਹਾੜ ਜਿਹੀ ਜ਼ਿੰਦਗੀ ਪਈ ਸੀ। ਕੁਝ ਰਿਸ਼ਤੇਦਾਰ ਆ ਗਏ, 5-10 ਦਿਨ ਰਹਿ ਕੇ ਚਲੇ ਗਏ। ਮੈਂ ਆਪਣੀ ਕਿਸ਼ਤੀ ਖੁਦ ਹੀ ਪਾਰ ਲਾਉਣੀ ਸੀ। ਮੈਨੂੰ ਕੁਝ ਦਿਨ ਤੱਕ ਹਮਦਰਦੀ ਮਿਲੀ, ਪਰ ਫਿਰ ਤੋਂ ਲੋਕਾਂ ਦੀ ਨਿਗਾਹ ਵਿੱਚ ਮੇਰਾ ਪਹਿਲਾ ਰੂਪ ਮੁੱਖ ਹੋ ਗਿਆ ਤੇ ਮੈਨੂੰ ਤਾਨਿਆਂ ਅਤੇ ਟਿਚਕਰਾਂ ਦਾ ਸ਼ਿਕਾਰ ਹੋਣਾ ਪਿਆ। ਮੇਰੇ ਨਾਲ ਔਰਤਾਂ ਬਹੁਤ ਘੱਟ ਬੋਲਦੀਆਂ ਸਨ, ਜਿਵੇਂ ਉਹਨਾਂ ਨੂੰ ਡਰ ਹੋਵੇ ਕਿ ਮੇਰੀ ਸੰਗਤ ਵਿੱਚ ਆਉਂਦਿਆਂ ਹੀ ਉਹਨਾਂ ਦੀ ਪਵਿੱਤਰਤਾ ਖਤਮ ਹੋ ਜਾਵੇ। ਕੁਝ ਔਰਤਾਂ ਹਮਦਰਦੀ ਵੀ ਰੱਖਦੀਆਂ ਸਨ, ਪਰ ਲੋਕਾਂ ਦੀਆਂ ਗੱਲਾਂ ਤੋਂ ਡਰਦੀਆਂ ਮੇਰੇ ਨਾਲ ਬੋਲਦੀਆਂ ਨਹੀਂ ਸਨ। ਮਰਦਾਂ ਦਾ ਰਵੱਈਆ ਵੀ ਅਜੀਬ ਸੀ। ਜੋ ਮੇਰੀ ਇੱਕੋ ਤੱਕਣੀ ਨਾਲ ਮੇਰੇ ਪੈਰਾਂ ਦੀ ਧੂੜ ਮੱਥੇ ਤੇ ਲਾ ਸਕਦੇ ਸਨ, ਉਹ ਮੇਰੇ ਵੱਲੋਂ ਅਜਿਹੀ ਸਹੂਲਤ ਨਾ ਮਿਲਣ ਕਰਕੇ ਮੇਰੇ ਦੁਸ਼ਮਣ ਬਣ ਗਏ ਸਨ। ਬਦਨਾਮੀ ਦੇ ਰਾਹ ਹੁਣ ਹੋਰ ਖੁੱਲ੍ਹ ਗਏ ਸਨ। ਜਿਸ ਬੰਦੇ ਨਾਲ ਗੱਲ ਕਰ ਲੈਂਦੀ, ਉਸੇ ਨਾਲ ਬਦਨਾਮ ਹੋ ਜਾਂਦੀ। ਹਾਲੇ ਤੱਕ ਲੋਕ ਮਰਦ ਨੂੰ ਸਿਰਫ ਨਰ ਤੇ ਔਰਤ ਨੂੰ ਸਿਰਫ ਮਾਦਾ ਮੰਨਦੇ ਹਨ ਤੇ ਉਹਨਾਂ ਦਾ ਮਿਲਾਪ ਸਿਰਫ ਸੰਭੋਗ ਲਈ ਹੀ ਸਮਝਦੇ ਹਨ। ਪਸ਼ੂ ਪੱਧਰ ਤੋਂ ਉੱਪਰ ਉੱਠ ਕੇ ਸੋਚ ਹੀ ਨਹੀਂ ਸਕਦੇ। ਸਾਡੇ ਹਜ਼ਾਰਾਂ ਸਾਲਾਂ ਤੋਂ ਸੱਭਿਆਚਾਰ ਅਤੇ ਰਸਮਾਂ ਰਿਵਾਜਾਂ ਦੀ ਪੂਜਾ ਕਰਦੇ ਹਨ। ਗਿਆਨ, ਵਿਗਿਆਨ, ਦਰਸ਼ਨ, ਧਰਮ ਦੀਆਂ ਪ੍ਰਾਪਤੀਆਂ ਤੇ ਅਸੀਂ ਮਾਣ ਕਰਦੇ ਹਾਂ, ਪਰ ਕਈ ਗੱਲਾਂ ਵਿੱਚ ਪਸ਼ੂਆਂ ਤੋਂ ਉੱਪਰ ਕਿੱਥੇ ਉੱਠ ਸਕੇ ਹਾਂ। ਅਸੀਂ ਉਸ ਬਾਂਦਰ ਵਾਂਗ ਹਾਂ ਜੋ ਬੰਦੇ ਦੀ ਪੋਸ਼ਾਕ ਪਹਿਨ ਉਸੇ ਜਿਹਾ ਕਿਰਦਾਰ ਨਿਭਾਉਂਦਾ ਹੈ। ਮਹਿੰਦਰ ਨਾਥ ਨਾਲ ਇਸ ਦੌਰਾਨ ਕਦੇ ਮੁਲਾਕਾਤ ਨਹੀਂ ਹੋਈ। ਉਹ ਉਸ ਘਰ ਨੂੰ ਛੱਡ ਤਦੇ ਚਲ ਗਏ ਸਨ।
ਮੈਨੂੰ ਆਸ ਸੀ ਕਿ ਬਾਪੂ ਜੀ ਦੀ ਮੌਤ ਤੋਂ ਬਾਅਦ ਰਸਮੀ ਹੀ ਸਹੀ ਉਹ ਆਉਣਗੇ ਜ਼ਰੂਰ। ਉਸ ਦਿਨ ਦੀ ਘਟਨਾ ਨਾਲ ਮੈਨੂੰ ਬੜਾ ਦੁੱਖ ਹੋਇਆ ਸੀ, ਪਰ ਮੈਂ ਮਨੋ ਮਨੀ ਉਸ ਗੱਲ ਨੂੰ ਭੁਲਾਉਣ ਲਈ ਤਿਆਰ ਸੀ। ਕਿਸੇ ਘਟਨਾ ਜਿਹੀ ਨਾਲ ਜਾਂ ਇੱਕ ਅੱਧੀ ਕਮਜ਼ੋਰੀ ਪ੍ਰਗਟ ਹੋ ਜਾਣ ਨਾਲ ਹੀ ਕਿਸੇ ਬੰਦੇ ਬਾਰੇ ਨਿਸ਼ਚਿਤ ਧਾਰਨਾ ਬਣਾਉਣਾ ਫਜ਼ੂਲ ਹੈ। ਮੈਂ ਮਹਿੰਦਰ ਨਾਥ ਦਾ ਵਿਰੋਧ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ, ਪਰ ਦਿਲ ਦੇ ਕਿਸੇ ਕੋਨੇ ਵਿੱਚ ਛੁਪੇ ਮੇਰੇ ਉਸ ਪਹਿਲੇ ਅਹਿਸਾਸ ਦੀ ਭਾਵਨਾ ਔਖ ਜਿਹੀ ਨਾਲ ਮੈਨੂੰ ਪਿਘਲਾ ਦਿੰਦੀ। ਮੈਂ ਆਪਣੇ ਆਪ ਨੂੰ ਉਸ ਦੇ ਖਿਲਾਫ ਨਾ ਕਰ ਸਕੀ। ਆਤਮ ਸਨਮਾਨ, ਨਜ਼ਰਅੰਦਾਜ਼ੀ ਤੇ ਬੇਪਰਵਾਹੀ ਦੇ ਬਾਵਜੂਦ ਮਹਿੰਦਰ ਨਾਥ ਨੂੰ ਬਿਲਕੁਲ ਆਪਣੇ ਤੋਂ ਵੱਖ ਮੈਂ ਤਦ ਵੀ ਨਾ ਕਰ ਸਕੀ। ਇੱਕ ਦਿਨ ਮੈਂ ਉਹਨਾਂ ਵੱਲ ਜਾਣ ਦਾ ਫੈਸਲਾ ਕੀਤਾ। ਮੇਰੇ ਇਸ ਫੈਸਲੇ ਵਿੱਚ ਖਬਰੇ ਕਿੰਨੀਆਂ ਭਾਵਨਾਵਾਂ ਤੇ ਵਿਚਾਰਾਂ ਦਾ ਗੁਬਾਰ ਸੀ। ਵੈਸੇ ਉਹਨਾਂ ਦੇ ਉਸ ਦਿਨ ਦੇ ਸਲੀਕੇ ਤੋਂ, ਉਸ ਤੋਂ ਬਾਅਦ ਦੀ ਬੇਪਰਵਾਹੀ ਤੋਂ ਬਾਅਦ ਮੈਨੂੰ ਉਹਨਾਂ ਵੱਲ ਜਾਣਾ ਨਹੀਂ ਸੀ ਚਾਹੀਦਾ, ਪਰ ਮੈਂ ਗਈ। ਸ਼ਾਇਦ ਮੈਨੂੰ ਹੁਣ ਵੀ ਉਹਨਾਂ ਦੀ ਹਮਦਰਦੀ ਦੀ ਆਸ ਸੀ। ਪਿਆਰ ਅਤੇ ਹਮਦਰਦੀ ਦੀ ਉਸ ਪਲ ਮੈਨੂੰ ਬਹੁਤ ਚਾਅ ਸੀ। ਮੈਨੂੰ ਉਹਨਾਂ ਦਾ ਪ੍ਰਤੀਕਰਮ ਦੇਖਣ ਦੀ ਉਤਸੁਕਤਾ ਵੀ ਸੀ। ਆਸਰੇ ਦੀ ਲੋੜ ਵੀ ਮੈਨੂੰ ਉਸ ਵੱਲ ਧੱਕ ਰਹੀ ਸੀ। ਮੈਨੂੰ ਲੱਗਾ ਕਿ ਦੁਨੀਆ ਵਿੱਚ ਉਹ ਇੱਕ ਇਨਸਾਨ ਹੈ ਜੋ ਇਸ ਗੱਲ ਦਾ ਗਵਾਹ ਹੈ ਕਿ ਮੇਰੀ ਝੂਠੀ ਬਦਨਾਮੀ ਹੋਈ ਹੈ, ਜਿਸ ਨੂੰ ਮੈਨੂੰ ਸਵੀਕਾਰਨ ਵਿੱਚ ਕੋਈ ਦਿੱਕਤ ਨਹੀਂ ਹੋਵੇਗੀ। ਇਹ ਸਭ ਤਰਕ ਸਨ ਜੋ ਮੇਰੇ ਮਨ ਨੇ ਘੜ ਲਏ ਸਨ, ਪਰ ਮੈਨੂੰ ਖਿੱਚ ਲਿਜਾਣ ਵਾਲੀ ਕੋਈ ਹੋਰ ਹੀ ਮਜ਼ਬੂਤ ਤਾਕਤ ਸੀ ਅਤੇ ਇਹ ਸਭ ਤਰਕ ਉਸੇ ਮਜ਼ਬੂਤੀ ਦੇ ਪੱਖ ਵਿੱਚ ਸਮੋ ਗਏ। ਧੰਨਵਾਦ।